Good morning everyone, this is Varun Goyal, your maths teacher with a new topic of class plus 2, that is continuity. So let us talk about the continuity. We will talk about little bit introduction of continuity so that we can understand what is that. Continuity is what? Okay, so we will understand continuity, concept of continuity with the help of an example. So what is that example? Let us see. Take a function f of x is equal to 1 and 2. Function's value is 1 if functions x is less than or equals to 0 and function's value is 2 if function is greater than 0. I hope so this is clear to you all what I am trying to say here. This one is a function. With the help of this function we are just able to understand the concept of continuity in a easy manner. Okay, so let us draw its graph. What will be the graph tells us? So as guys you can see here, this one is a graph of the continuous function. We know that familiar with the Cartesian plane we can say in this graph form. Now plot this. For all values less than or equal to 0, y is equals to f of x. What is f of x? This will be only a y, nothing else. So y is equals to f of x. So I can try here. Less than or equal to पे little bit dark. मैंने इत्थे equal to ਦੇ ਉੱਪਰ dark भी करता थोड़ा ਜਿਹਾ, मतलब ਲੈਸ ਵੈਲਿਊਜ਼ ਲਈ x ਦੀਆਂ ਸਾਰੀਆਂ ਲੈਸ ਵੈਲਿਊਜ਼ ਤੇ x ਇਕੁਅਲ ਟੂ 0 ਆਪਾਂ ਨੂੰ ਪਤਾ ਹੈ. ਵੀ ਨੋ ਦੈਟ ਔਨ ਦਿਸ ਲਾਈਨ x is equal to 0, so that's why मैं ਇੱਥੇ dark dot लगाता. I hope so this dot is visible to you in the video. If it is not visible then you can listen to me what I am trying to say. Afterwards for all greater values the value of function is 2. देखो ਇੱਥੇ greater than ਦਾ ਸਾਈਨ ਹੈ, 0 ਤੋਂ ਬੜੀਆਂ. 0 ਤੋਂ ਬੜੀਆਂ ਮਤਲਬ ਆਹ ਲਾਈਨ ਦੇ ਉੱਪਰ x 0 ਹੁੰਦਾ, ਇਸ ਤੋਂ ਬੜੀਆਂ ਥੋੜਾ ਜਿਹਾ ਡਿਫਰੈਂਸ ਦੇ ਨਾਲ ਆਪਾਂ ਸਟਾਰਟ ਕਰਾਂਗੇ. ਤੇ ਤੁਹਾਨੂੰ ਪਤਾ ਵਾ ਵੀ ਆਪਾਂ ਗ੍ਰਾਫਿਕਲੀ ਜੋ ਥੋੜਾ ਜਿਹਾ ਡਿਫਰੈਂਸ ਹੁੰਦਾ ਉਹਨੂੰ ਆਪਾਂ ਇੱਕ ਨੋਡ ਦੇ ਨਾਲ ਰਿਪਰੈਜ਼ੈਂਟ ਕਰਦੇ ਹੁੰਦੇ ਆ. ਨੋਡ, ਯੂ ਨੋ ਅੰਡਰਸਟੈਂਡ ਵਾਟ ਇਜ਼ ਦਾ ਮੀਨਿੰਗ ਆਫ ਨੋਡ? ਨੋਡ ਇਜ਼ ਨਥਿੰਗ ਐਲਸ. ਨੋਡ ਕੁਝ ਖਾਸ ਨਹੀਂ ਹੁੰਦਾ. ਨੋਡ ਦਾ ਮੀਨਿੰਗ ਹੁੰਦਾ ਵਾ ਵੀ ਇੱਕ ਆਪਾਂ ਪਾਰਟੀਸ਼ਨ ਸ਼ੋ ਕਰ ਦਿੰਦੇ ਵੀ ਹਾਂ ਇੱਥੇ ਵੈਲਿਊ ਐਗਜ਼ਿਸਟ ਨਹੀਂ ਕਰਦੀ. ਇਹਨੂੰ 0 ਜਾਂ ਕੁਝ ਹੋਰ ਨਾ ਸਮਝਿਓ. ਦਿਸ ਇਜ਼ ਅ 2. y ਦੀ ਵੈਲਿਊ ਇੱਥੇ 2 ਆ, ਪਰ ਉਹ ਸਾਰੀਆਂ x ਦੀਆਂ ਵੈਲਿਊਜ਼ ਲਈ y ਦੀ ਵੈਲਿਊ 2 ਆ ਜਿਹੜੀਆਂ ਕੀ ਹੈ ਗ੍ਰੇਟਰ ਦੈਨ 0, ਮਤਲਬ 2 ਦੇ ਇਕੁਅਲ ਨਹੀਂ ਹੈ. ਹੁਣ ਰਾਜੇ ਮਾਈ ਕੁਐਸਚਨ ਇਜ਼ ਟੂ ਯੂ ਆਲ, ਪਲੀਜ਼ ਕਮੈਂਟ your answer in the comment box. That question is, my question is to you all is that ਵੀ ਤੁਸੀਂ ਇਸ ਗ੍ਰਾਫ ਨੂੰ ਪੈਨ ਚੱਕੇ ਬਿਨਾ ਬਣਾ ਸਕਦੇ ਹੋ? Would you like to draw this graph without uplifting your pen? So I hope so you tell me your answer in the comment box. Its answer is no. Whenever I reached here I have to uplift my pen here. ਮੈਂ ਇੱਥੋਂ ਇੱਥੇ ਆ ਜਾਊਂਗਾ, ਇੱਥੋਂ ਉੱਪਰ ਨੂੰ ਜਾ ਸਕਦਾ ਪੈਨ ਬਿਨਾਂ ਚੱਕੇ, ਇੱਥੋਂ ਇੱਧਰ ਨੂੰ ਨਹੀਂ ਜਾ ਸਕਦਾ. ਰੀਜ਼ਨ ਬਿਹਾਈਂਡ ਦੈਟ ਇਜ਼ ਵੀ ਇੱਥੇ ਜੋ ਹੈ ਉਹ ਬਿਲਕੁਲ ਮਾਈਨਰ ਜੀ ਇੱਕ ਸਪੇਸ ਹੈ ਅਤੇ ਉਹ ਸਪੇਸ ਨੂੰ ਸ਼ੋਅ ਕਰਨ ਦੇ ਲਈ ਮੈਨੂੰ ਆਪਣਾ ਪੈਨ ਲਿਫਟ ਕਰਨਾ ਪਊਗਾ, ਪੈਨ ਮੈਨੂੰ ਇੱਥੋਂ ਚੱਕਣਾ ਪਊਗਾ. ਸੋ ਜੇ ਆਪਾਂ ਇੱਥੇ ਆ ਕੇ ਪੈਨ ਚੱਕਦੇ ਹਾਂ, ਪੈਨ ਲਿਫਟ ਕਰਦੇ ਹਾਂ, ਇਟ ਮੀਨਸ ਦਿਸ ਵਿਲ ਨਾਟ ਰੀਪ੍ਰਜੈਂਟ ਅ ਕੰਟੀਨਿਊਟੀ. ਇੱਥੇ ਆ ਕੇ ਮੈਨੂੰ ਇਹ ਚੀਜ਼ ਕਲੀਅਰ ਹੋ ਗਈ ਵੀ ਇਹ ਕੰਟੀਨਿਊਟੀ ਨੂੰ ਰਿਪਰੈਜ਼ੈਂਟ ਨਹੀਂ ਕਰ ਰਿਹਾ. ਠੀਕ ਹੈ ਜੀ. ਸੋ ਜੇ ਇਹ ਕੰਟੀਨਿਊਟੀ ਨੂੰ ਰਿਪਰੈਜ਼ੈਂਟ ਨਹੀਂ ਕਰ ਰਿਹਾ ਤਾਂ ਹੁਣ ਕਰਨਾ ਕੀ ਪਊਗਾ? ਹੁਣ ਇੱਕ ਚੀਜ਼ ਆਪਾਂ ਹੋਰ ਦੇਖਦੇ ਹਾਂ. ਆਪਾਂ ਲਿਮਿਟ ਦੀ ਡੈਫੀਨੇਸ਼ਨ ਪੜ੍ਹੀ ਸੀ, ਲੈਫਟ ਹੈਂਡ ਲਿਮਿਟ ਐਂਡ ਰਾਈਟ ਹੈਂਡ ਲਿਮਿਟ. ਦੇਖੋ ਧਿਆਨ ਨਾਲ, ਜੇ ਮੈਂ ਹੁਣ ਦੇਖੋ ਫੰਕਸ਼ਨ ਪ੍ਰੋਬਲਮ ਕਿੱਥੇ ਕ੍ਰੀਏਟ ਕਰ ਰਿਹਾ? ਇਸ 0 ਤੇ ਕ੍ਰੀਏਟ ਕਰ ਰਿਹਾ. ਜੇ ਮੈਂ ਫੰਕਸ਼ਨ ਦੀ ਲਿਮਿਟ x ਅਪਰੋਚਿਸ ਟੂ 0 ਨੈਗੇਟਿਵ ਚੈੱਕ ਕਰਾਂ, 0 ਨੈਗੇਟਿਵ ਮਤਲਬ ਮੈਂ ਲਿਮਿਟ ਚੈੱਕ ਕਰ ਰਿਹਾ ਮੈਂ ਲੈਫਟ ਹੈਂਡ ਸਾਈਡ ਤੋਂ, ਤਾਂ ਜੋ ਫੰਕਸ਼ਨ ਦੀ ਵੈਲਿਊ ਆ ਰਹੀ ਹੈ ਉਹ ਮੇਰੇ ਕੋਲ ਕਿੰਨੀ ਆ ਰਹੀ ਹੈ? ਓਬਵੀਅਸਲੀ 1 ਆ ਰਹੀ ਹੈ. ਅਤੇ ਜੇ ਮੈਂ ਫੰਕਸ਼ਨ ਦੀ ਵੈਲਿਊ 0 ਤੋਂ ਰਾਈਟ ਹੈਂਡ ਸਾਈਡ ਵੱਲ ਦੀ ਚੈੱਕ ਕਰਾਂ, ਮਤਲਬ ਇੱਧਰੋਂ ਇੱਧਰ ਨੂੰ ਜਾ ਰਿਹਾ ਮੈਂ, ਤਾਂ ਮੈਨੂੰ ਫੰਕਸ਼ਨ ਦੀ ਵੈਲਿਊ ਕਿੰਨੀ ਮਿਲ ਰਹੀ ਹੈ? f(x) ਇਟ ਵਿਲ ਬੀ ਇਕੁਅਲਸ ਟੂ 2. ਇੱਥੇ 1 ਮਿਲ ਰਹੀ ਹੈ, ਇੱਥੇ 2. ਜੇ ਇਹ ਦੋਨੋਂ ਵੈਲਿਊਜ਼ ਸੇਮ ਨਹੀਂ ਆਉਂਦੀਆਂ ਤਾਂ ਉਹ ਗ੍ਰਾਫ ਵੀ ਮੇਰਾ ਕੰਟੀਨਿਊਅਸ ਨਹੀਂ ਬਣਦਾ. ਇੱਥੋਂ ਮੇਰੀ ਅਬਜ਼ਰਵੇਸ਼ਨ ਇਹ ਮੈਨੂੰ ਕਹਿ ਰਹੀ ਆ ਵੀ ਜੇ ਆਪਣੇ ਕੋਲ ਆ ਦੋ ਵੈਲਿਊਜ਼ ਲਿਮਿਟ ਲੈਫਟ ਲਿਮਿਟ ਦੀ ਅਤੇ ਰਾਈਟ ਲਿਮਿਟ ਦੀ ਵੈਲਿਊਜ਼ ਦੋਨੋਂ ਡਿਫਰੈਂਟ ਆ ਰਹੀਆਂ ਨੇ, ਦੈਟ ਇਜ਼ ਮੈਂ ਕਹਿਣਾ ਇਹ ਚਾਹ ਰਿਹਾ ਵਾਂ ਲਿਮਿਟ x ਅਪਰੋਚਿਸ ਟੂ 0 ਨੈਗੇਟਿਵ, ਲਿਮਿਟ x ਅਪਰੋਚਿਸ ਟੂ 0 ਪੋਜ਼ੀਟਿਵ, ਇਹ ਦੋਨੋਂ ਆਪਸ ਇਕੁਅਲ ਨਹੀਂ ਹੈ ਤਾਂ ਨਾਟ ਕੰਟੀਨਿਊਅਸ ਦੀ ਗੱਲ ਹੋ ਰਹੀ ਹੈ ਇੱਥੇ. ਤਾਂ ਆਪਣੇ ਕੋਲ ਜਿਹੜਾ ਗ੍ਰਾਫ ਆ ਉਹ ਕੰਟੀਨਿਊਅਸ ਨਹੀਂ ਹੈ, ਇਸ ਲਈ ਇਹ ਫੰਕਸ਼ਨ ਪੂਰਾ ਦਾ ਪੂਰਾ ਕੰਟੀਨਿਊਅਸ ਨਹੀਂ ਹੋਵੇਗਾ. ਇਹ ਤਾਂ ਸੀ ਇੱਕ ਸਫੀਸ਼ੀਐਂਟ ਕੰਡੀਸ਼ਨ, ਇਹ ਨੈਸੈਸਰੀ ਕੰਡੀਸ਼ਨ ਨਹੀਂ ਹੈ. ਦਿਸ ਇਜ਼ ਓਨਲੀ ਜਸਟ ਅ ਸਫੀਸ਼ੀਐਂਟ ਕੰਡੀਸ਼ਨ
ਫॉर ਯੂ ਆਲ। ਸੋ ਹੁਣ ਆਪਾਂ ਨੈਸੈਸਰੀ ਕੰਡੀਸ਼ਨ ਦੀ ਗੱਲ ਕਰਦੇ ਹਾਂ, ਐਕਚੁਅਲ 'ਚ ਜੋ ਆਪਾਂ ਨੂੰ ਰਿਕੁਆਇਰਮੈਂਟਸ ਹੁੰਦੀਆਂ ਨੇ ਕੰਟੀਨਿਊਟੀ ਦੀਆਂ ਉਹ ਕੀ ਹੁੰਦੀਆਂ ਨੇ, ਉਹ ਦੀ ਗੱਲ ਕਰਨ ਦੇ ਲਈ ਵੀ ਆਪਾਂ ਇੱਕ ਐਗਜ਼ਾਮਪਲ ਦੀ ਗੱਲ ਕਰਾਂਗੇ। ਸੋ ਵਟ ਇਜ਼ ਦੈਟ ਐਗਜ਼ਾਮਪਲ, ਐਗਜ਼ਾਮਪਲ ਲੈ ਕੇ ਚੱਲਦੇ ਹਾਂ। ਦੇਖੋ ਇੱਕ ਫੰਕਸ਼ਨ ਡਿਫਾਈਨ ਕਰਦੇ ਹਾਂ ਹੋਰ ਆਪਾਂ, ਐਫ ਐਕਸ, ਇਟ ਮਸਟ ਬੀ ਇਕੁਅਲਸ ਟੂ 1, x is not equal to 0, 0 at x equal to 0. This function, you all are familiar with this type of functions because you are already done your +1 class chapter number 1 set theory। ठीक है जी, सेट थ्योरी भी पढ़ के आए हो, लिमिट एंड डेरिवेटिव्स भी पढ़ के आए हो, चैप्टर नंबर 13 सी NCERT बुक का। आई होप सो दिस टॉपिक्स आर टू बी क्लियर टू यू ऑल अकॉर्डिंग टू मी। सो ओके, विद द हेल्प ऑफ दिस फंक्शन वट वी आर गोइंग टू से, देखो राजी एक्स की वैल्यू एक्स इक्वल टू 0 नहीं है, ये दो पॉसिबिलिटीज़ बनदियां ने। दो पॉसिबिलिटीज़ की बनदियां ने, या तो एक्स लैस दैन 0 होएगा या फिर एक्स की होएगा अपने को ग्रेटर दैन 0। ये दो ही पॉसिबिलिटीज़ बनदियां ने, आइदर एक्स इज लैस दैन 0 और एक्स इज ग्रेटर दैन 0। आप एक नूं नहीं लैके चल सकते, इसलिए आप दोनों पॉसिबिलिटीज़ के उपर बेस्ड ग्राफ बनावांगे। हुण इहदा ग्राफ कह की रहा आपां नूं, इहदा ग्राफ आपां नूं कह रहा वा भी वाई दी किसी भी वैल्यू के लिए, ठीक है जी, सॉरी एक्स की किसी भी वैल्यू के लिए लैस दैन 0, जिन्नियां भी एक्स दी वैल्यूज ने, फंक्शन की वैल्यू कितनी आ रही है 1 आ रही है। एक्स लैस दैन 0 है, एक्स इक्वल टू 0 नहीं होएगा, जे इक्वल टू 0 नहीं होएगा तो इत्थे मैं 1 चूज कर लेना, तो मेरा इधरों इत्थे तक आऊगा नॉट तक। उस तो बाद इसी साइड तो भी सेम, एक्स दी वैल्यूज जो 0 तो ग्रेटर है तां भी इहदा आंसर कितना आ रहा है 1 आ रहा है, जो लैस दैन 0 है तां भी इहदा आंसर कितना आ रहा है 1 आ रहा है अपने को, ठीक है जी। तो जो एक्स इक्वल टू 0 आ तो यदा आंसर कितना आ रहा अपने को 0 आ रहा। हुण तुसीं सोचोगे भी इत्थे तो लैफ्ट हैंड लिमिट जो है वो राइट हैंड लिमिट के इक्वल आंदी दिख रही है, हाँ देखते हैं, बिल्कुल सही हो तुसीं। ओके, सो लिमिट एक्स अप्रोचिज टू 0 नैगेटिव एफ एक्स, ये वैल्यू चैक करो 0 नैगेटिव के लिए। 0 नैगेटिव मतलब जो एक्स की वैल्यू 0 तो लैस है, वो यदा आंसर कितना आ रहा है 1। लिमिट एक्स अप्रोचिज टू 0 पॉजिटिव एफ एक्स, वो भी यदा आंसर कितना आ रहा है ऑलवेज 1। एक होर चीज़ चैक करांगे, एफ ऑफ 0 मतलब उस पॉइंट पे, जिस पॉइंट के उपर डिस्कशन हो रही है उस पॉइंट पे फंक्शन की वैल्यू एग्जैक्टली इक्वल टू 0 के उपर फंक्शन की वैल्यू कितनी है 0। तो हुण मैं इत्थे लिख सकदा लिमिट एक्स अप्रोचिज टू 0 नैगेटिव एफ एक्स इक्वल टू लिमिट एक्स अप्रोचिज टू 0 पॉजिटिव एफ एक्स इक्वल्स टू एफ ऑफ 0। एक्चुअली दिस इज ए नॉट इक्वल टू साइन हेयर। सो हुण इत्थों मैनूं की पता चलिया भी कई बार की हुंदा, कई केसिस दे विच की हुंदा वा, राइट हैंड लिमिट तो लैफ्ट हैंड लिमिट आपां नूं सेम आंसर दे दिंदियां ने, बट उस पॉइंट ते फंक्शन की जो वैल्यू है वो अपने को सेम नहीं आती। जे वो वैल्यू उस पॉइंट ते आके अपने को सेम नहीं आती तो उत्थे आपां नूं प्रॉब्लम आती है। वो प्रॉब्लम आपां नूं की आती है उत्थे भी फंक्शन की है अपना कंटीन्यूअस नहीं शो हुंदा आपां नूं उत्थे। कंटीन्यूअस क्यों नहीं शो हुंदा तुसीं आप सोचो, जे मैं इत्थों ग्राफ बनाना शुरू करदा, इत्थों इधर नूं जा रहा, फिर मैंने इत्थे आके रुकना पै रहा, रुक के मैं पेन लिफ्ट करूंगा फिर मैं इधर जाऊंगा, ग्राफ कंटीन्यूअस है नहीं गा, लैफ्ट हैंड लिमिट ते राइट हैंड लिमिट इक्वल आ रही है। फिर कित्थे प्रॉब्लम आई, लास्ट प्रॉब्लम कित्थे आई आपां नूं, लास्ट प्रॉब्लम आपां नूं जिथे आई सी वो पॉइंट सीगा अपना 0, 0 के उपर प्रॉब्लम आ रही है। जे 0 के उपर प्रॉब्लम आ रही है इट मीनस कि आपां नूं की करना पैना वा, क्वेश्चन नूं थोड़ा जिहा अपने तरीके नाल मोल्ड करना पैना, थोड़ा जिहा क्वेश्चन नूं आपां नूं चेंज करना पैना। सो उस क्वेश्चन नूं चेंज करके आपां की कीता, आपां ये कहता भी आ कंडीशन जे आपां देखीए ध्यान नाल तो यह भी कंडीशन कादी है डिसकंटीन्यूटी की कंडीशन है। कंटीन्यूटी करवा रहे हैं, डिसकंटीन्यूटी डिस्कस हो रही है, उसका रीजन की है ताकि आप नैगेटिव चीज़ नूं पहला समझ के पॉजिटिव चीज़ वाल ज़्यादा अट्रैक्टिव तरीके नाल समझांगे। सो राजे एट द एंड मॉरल ऑफ द स्टोरी इज़ दैट डेफिनेशन हुण आपां कंटीन्यूटी की लिख सकते हैं, +2 लैवल तक की डेफिनेशन आपां लिखांगे लिमिट एक्स अप्रोचिज टू ए नैगेटिव एफ एक्स इक्वल टू लिमिट एक्स अप्रोचिज टू ए पॉजिटिव एफ एक्स इक्वल्स टू एफ ऑफ ए। जे ये तीनों चीज़ां होल्ड कर दियां ने दैन जस्ट वी आर सेइंग दैट फंक्शन इज कंटीन्यूअस। तो आपां कहांगे भी कोई भी जो फंक्शन आपां नूं दिता होया वा दैट फंक्शन विल बी अ कंटीन्यूअस फंक्शन। सो आई होप सो इन दिस 9 मिनट एंड in this 10-minute video you may understand the concept of continuity. If it is not understood to you, you can comment me in the comment box. Afterwards let us start the exercise questions of this chapter. So students, let us see the some exercise questions of this chapter.
Well, you can see here the question number 1 and its statement. The statement is prove that the function fx is equals to 5x minus 3 is continuous at x equal to 0, x equal to minus 3 and x equal to 5. So students, here what we have to do and what we don't have to do. ਆਪਾਂ ਨੂੰ ਇਹ ਪ੍ਰੂਵ ਕਰਨ ਲਈ ਕਿਹਾ ਜਾ ਰਿਹਾ ਵਾ ਵੀ ਫੰਕਸ਼ਨ ਨੂੰ ਪ੍ਰੂਵ ਕਰਨਾ ਵਾ that this function is to be a continuous function. So continuous ਪ੍ਰੂਵ ਕਰਨ ਦੇ ਲਈ 3 ਪੁਆਇੰਟਸ ਦਿੱਤੇ ਹੋਏ ਉਹਨੇ। ऑबवियस जी गल है भी ये जो क्वेश्चन है अपना ये 3 बार सॉल्व होएगा अपना क्वेश्चन इतने, ठीक है जी। सो जे ये क्वेश्चन 3 बार सॉल्व होएगा, पहला आप 0 के उपर डिस्कशन करांगे, फिर आप -3 के उपर डिस्कशन करांगे। आफ्टर दैट वी विल स्टार्ट आर डिस्कशन एट x इक्वल्स टू 5। सो इन्होंने तिना पार्ट्स का कंक्लूजन या फिर वी कैन से आंसर करने का तरीका आलमोस्ट सेम है। सो आई एम जस्ट गोइंग टू सॉल्व ओनली 1 पार्ट आउट ऑफ दीज 3 पार्ट्स, रेस्ट ऑफ द 2 पार्ट्स that you have to do by your own self. So let us start this question. Okay, so we will discuss continuity for x is equals to -3। ठीक है जी, ਆਪਾਂ x is equals to -3 ਦੇ ਉੱਪਰ ਇਹਦੀ ਕੰਟੀਨਿਊਟੀ ਨੂੰ ਡਿਸਕਸ ਕਰਦੇ ਹਾਂ। ਡਿਸਕਸ ਕਰਨ ਦੇ ਲਈ ਕੰਟੀਨਿਊਟੀ ਆਪਾਂ ਨੂੰ ਕੀ ਚਾਹੀਦਾ ਹੈ, ਪਹਿਲਾਂ ਦੇਖੋ ਇੱਥੇ ਲਿਖਾਂਗੇ ਆਪਾਂ ਲਿਮਿਟ x ਅਪਰੋਚਿਸ ਟੂ 3 ਨੈਗੇਟਿਵ f of x। 3 ਨੈਗੇਟਿਵ ਦਾ ਮਤਲਬ ਕੀ ਹੈ ਰਾਜੀ, -3 ਮਾਈਨਸ ਨੈਗੇਟਿਵ, ਸੌਰੀ not only 3 negative, I just have to write here -3 and then after minus negative। -3 ਦੇ ਉੱਪਰ ਜੋ ਮਾਈਨਸ ਨੈਗੇਟਿਵ ਦਾ ਸਾਈਨ ਜੋ ਵਿਜ਼ੀਬਲ ਤੁਹਾਨੂੰ ਹੋਊਗਾ ਉਹਦਾ ਮੀਨਿੰਗ ਕੀ ਹੈ, ਇਟਸ ਮੀਨਿੰਗ ਇਜ਼ ਦੈਟ ਵੀ ਜਿਹੜਾ ਨੈਗੇਟਿਵ ਸਾਈਨ ਹੈ ਨਾ ਉੱਪਰ ਉਹਦਾ ਮੀਨਿੰਗ ਇਹ ਆ ਵੀ ਆਪਾਂ ਆ ਨੰਬਰ ਲਾਈਨ ਇੱਥੇ -3 ਪਿਆ, ਆਪਾਂ ਇਸ ਸਾਈਡ ਤੋਂ ਇੱਧਰ 3 ਵੱਲ ਨੂੰ ਜਾ ਰਹੇ ਹਾਂ, ਠੀਕ ਹੈ ਜੀ। ਜਦੋਂ ਆਪਾਂ ਇਸ ਸਾਈਡ ਤੋਂ 3 ਵੱਲ ਨੂੰ ਜਾਵਾਂਗੇ ਤਾਂ ਫੰਕਸ਼ਨ ਦੀ ਵੈਲਿਊ ਆਪਣੇ ਕੋਲ ਕੀ ਆਏਗੀ, देखो -3 तो थोड़ा जा इधर आ इंटरवल दे विच मैं थोड़ा जा इधर शो करने दे लई मैं लिख सकदा लिमिट h अप्रोचिस टू 0। h एक यह जा नंबर चूज कर लिया जिहड़ा कि आलमोस्ट 0 है, पूरा 0 नहीं है बट आलमोस्ट 0 वी कैन से f ऑफ की करांगे आपां, देखो जो 3 किसी नंबर तो आपां पिछे आना वा तो आपां उस नंबर चों कुछ माइनस करते हुन्ने आ, तो मैं इत्थे की लिखूंगा f ऑफ -3 तो ऑलरेडी हैगा ही है, इत्थे -h लिखूंगा मैं नाल ओहदे, ठीक है जी। मतलब -3 चो कुछ थोड़ा जा रिड्यूस किया जो कि आलमोस्ट 0 ही आ, तो मेरे को फंक्शन की वैल्यू जी हैगी आ वो कितने पहुँच जाएगी, साइड पर पहुँच जाएगी। तो उत्थों मेरे को आएगा लिमिट h अप्रोचिस टू 0। देखो तुसी f x की जगह पर x की जगह पर तुसी -3 -h इत्थे रिप्लेस करना है, तो यह आएगा 5 टाइम्स -3 -h -3 लास्ट पे, ठीक है जी। यही चीज़ आएगी। नाउ आफ्टरवर्ड्स तुसी h ਨੂੰ ਕਿਹਨੂੰ ਅਪਰੋਚ ਕਰਵਾ ਦੇਣਾ, 0 ਨੂੰ ਅਪਰੋਚ ਕਰਵਾ ਦੇਣਾ h ਨੂੰ, ਠੀਕ ਹੈ। ਤਾਂ ਜਦੋਂ ਤੁਸੀਂ h ਨੂੰ 0 ਨੂੰ ਅਪਰੋਚ ਕਰਵਾਓਗੇ ਤਾਂ ਇਹ ਹੋਏਗਾ ਆਪਣਾ 5 -3 -0 -3, ਇਟ ਵਿਲ ਬੀ ਇਕੁਅਲਸ ਟੂ 5 ਟਾਈਮਸ -3 -3, ਕਿਉਂਕਿ -3 -0 -3 ਹੁੰਦਾ ਵਾ। -3 into 5 it will be -15 and -3 it will be -18। So I hope so this is clear to you all भी अपने को आंसर कितना आया हजे -18। ये सी राजी जस्ट अपने को लैफ्ट हैंड साइड लैफ्ट हैंड लिमिट मैं चैक की है, तो इदा करेंगे। कुछ बुक्स के विच कुछ सल्यूशनस के विच इहदा प्रूफ थोड़ा डिफरेंट है, कुछ टीचर इन्हूं बहुत ईजी तरीके नाल करवा देंदे ने, वो तरीके नाल क्वेश्चन कर सकते हैं नो डाउट, बट प्रॉब्लम यह है इन फ्यूचर थोड़ा डेफिनेशन कदे भी क्लीयर नहीं होनी वट इज़ द मीनिंग ऑफ एग्जैक्टली अ कंटिन्यूटी हैज़। सो दैट्स वाई आई एम टेलिंग you just follow me and you just listen to me whatever I am going to say to you all, okay? I hope so this is clear to you। Afterwards next step is limit x approaches to -3 पॉजिटिव साइड। पॉजिटिव साइड मतलब मैं इस तरफ तो इस तरफ आ रहा हाँ, ठीक है जी। पॉजिटिव साइड है fx है, तो फिर आप इत्थे h की गल करांगे लिमिट h अप्रोचिस टू 0 f ऑफ -3 तो थोड़ा जा पॉजिटिव साइड वाल जाना वा, तो मैनू कुछ ना कुछ ये ऐड करना पेगा, तो जो कुछ ना कुछ ऐड करना पेगा मैं कोई बहुत वड्डी है बहुत छोटी क्वांटिटी नहीं ऐड करूँगा, मैं ये यह जा नंबर ऐड करूँगा जो 0 ही है, मान के चलो भी ये 0 ही आलमोस्ट, ठीक है जी, वो चीज़ है। ओके सो हुण x की जगह पर इत्थे उपर फंक्शन दे विच x की जगह पर मैं रिप्लेस करूँगा ये वाली वैल्यू। सो वट आई एम गॉट हेयर लिमिट h अप्रोचिस टू 0, इत्थे आएगा अपने को 5 टाइम्स h -3 ठीक है जी। आई होप सो दिस इज क्लीयर टू यू ऑल। सो h ਨੂੰ ਆਪਾਂ 0 रिप्लेस कर देने, ये हो जाएगा 5 टाइम्स 0 -3 इट विल बी अगेन -18। आई होप सो दिस इज अगेन क्लीयर टू यू ऑल भी ये -18 ही बनेगा अपने को आफ्टर डूइंग द कैलकुलेशन। लैफ्ट हैंड लिमिट राइट हैंड लिमिट के इक्वल आ चुकी है।
अपना 50% काम जो सी ਇੱਥੇ ਆ ਕੇ ਓਵਰ ਹੋ ਗਿਆ। ਠੀਕ ਹੈ ਜੀ, ਸੋ ਇਹ ਕੰਮ ਹੋ ਗਿਆ ਓਵਰ। ਨਾਓ ਨੈਕਸਟ ਆਪਣੇ ਕੋਲ ਸਟੈਪ ਕੀ ਆ, ਆਪਾਂ ਚੈੱਕ ਕਰਨਾ ਹੁੰਦਾ ਉਸ ਪੁਆਇੰਟ ਦੇ ਉੱਪਰ ਇਸ ਫੰਕਸ਼ਨ ਨੂੰ। ਠੀਕ ਹੈ ਜੀ, ਡੈਫੀਨੇਸ਼ਨ ਦੇ ਤੁਹਾਨੂੰ ਮੈਂ 3 ਪੁਆਇੰਟਸ ਲਿਖਵਾਏ ਸੀ, ਲੈਫਟ ਲਿਮਿਟ, ਰਾਈਟ ਲਿਮਿਟ and value of the function at that particular point wherever we are discuss the continuity. So on to discuss the continuity on that particular point, what is to be left, अपने को बाकी जो बचे वो है कि f of -3 means I write here 5, I write here -3 and I write here just 3. It will be -15 -3 and it will be -18. So this answer is of -18. You can see here left hand limit, right hand limit and value of a function at that particular point of continuity all are same. So we can say that therefore function is continuous on x equals to -3. Similarly, you can check the continuity on x equals to 0 as well as x equals to 5. I hope so you will try the best. If you are having any problem in these two parts, then you can comment me or you can discuss with me. Sometimes some teachers are saying that why we need to use here h and all that things. अगर h नहीं use ਕਰਦੇ ਤਾਂ ਤੁਸੀਂ continuity ਨੂੰ represent ਹੀ ਨਹੀਂ ਕਰ ਰਹੇ. According to me, you are not going to represent the continuity's definition properly. ਵੀ ਤੁਸੀਂ ਲੈਫਟ ਤੇ ਜਾ ਰਹੇ ਹੋ ਜਾਂ ਰਾਈਟ ਤੇ ਜਾ ਰਹੇ ਹੋ, ਉਹਦਾ ਮਤਲਬ ਕੀ ਹੁੰਦਾ ਵਾ, ਸਿੱਧਾ ਹੀ ਆਪਾਂ ਵੈਲਿਊਜ਼ ਪੁੱਟ ਕਰ ਰਹੇ ਹਾਂ। ਫਿਰ ਕੀ ਹੁੰਦਾ ਵਾ, ਉਹੀ ਟੀਚਰ ਤੁਹਾਨੂੰ ਜਦੋਂ ਕੋਈ ਕੁਐਸਚਨ ਦੇ ਵਿੱਚ ਫੰਕਸ਼ਨ ਡਬਲ ਆ ਜਾਂਦਾ ਵਾ, ਫਿਰ ਤੁਹਾਨੂੰ ਉਹੀ ਸਿਖਾਇਆ ਜਾਂਦਾ ਵਾ ਵੀ ਹੁਣ ਤੁਸੀਂ ਐਚ ਯੂਜ਼ ਕਰ ਲਓ। ਵੀ ਫਿਰ ਇਹ ਆਪਾਂ ਨੂੰ ਕਨਫਿਊਜ਼ਨ ਰਹਿੰਦੀ ਆ, ਵੇਅਰ ਵੀ ਹੈਵ ਟੂ ਯੂਜ਼ ਐਚ ਔਰ ਵੇਅਰ ਵੀ ਡੋਂਟ ਹੈਵ ਟੂ ਯੂਜ਼ ਐਚ। ਸੋ ਟੂ ਰਿਮੂਵ ਆਰ ਦਿਸ ਕਨਫਿਊਜ਼ਨ, ਆਪਣੀ ਇਸ ਕਨਫਿਊਜ਼ਨ ਨੂੰ ਦੂਰ ਕਰਨ ਦੇ ਲਈ ਸਾਨੂੰ ਇਹ ਸਟੈਪ ਕਰਨਾ ਪਏਗਾ। ਠੀਕ ਹੈ ਜੀ, ਆਈ ਹੋਪ ਸੋ ਦਿਸ ਕੁਐਸਚਨ ਇਜ਼ ਕਲੀਅਰ ਟੂ ਯੂ। ਲੈਟ ਅਸ ਮੂਵ ਔਨ ਦਾ ਨੈਕਸਟ ਕੁਐਸਚਨ। So now dear students, our next topic is that question number 3, examine the following function, examine the continuity of the following function f of x is equals to x minus 5. Indicated point is not there. Students, this question is new for you. ਇਸ ਕੁਐਸਚਨ ਵਿੱਚ ਇੰਡੀਕੇਟਡ ਪੁਆਇੰਟ ਨਹੀਂ ਦਿੱਤਾ ਹੋਇਆ ਉਹਨਾਂ ਨੇ ਆਪਾਂ ਨੂੰ ਵੀ 0 ਤੇ ਚੈੱਕ ਕਰਨੀ ਹੈ, 5 ਤੇ 3 ਤੇ -3 -2 whatever points are there, they are not giving to us. So ਹੁਣ ਆਪਾਂ ਨੇ ਕੋਲ ਟਰਬਲ ਕੀ ਹੋ ਰਹੀ ਆ ਵੀ ਆਪਾਂ ਇਸ ਫੰਕਸ਼ਨ ਦੀ ਕੰਟੀਨਿਊਟੀ ਕਿਹੜੇ ਪੁਆਇੰਟ ਤੇ ਚੈੱਕ ਕਰੀਏ। ਵੇਅਰ ਇਜ਼ ਦ ਇੰਡੀਕੇਟਡ ਪੁਆਇੰਟ, ਵਿਦਆਊਟ ਇੰਡੀਕੇਟਡ ਪੁਆਇੰਟ ਆਪਾਂ ਕੰਟੀਨਿਊਟੀ ਚੈੱਕ ਕਰ ਸਕਦੇ ਹਾਂ, ਨਹੀਂ ਕਰ ਸਕਦੇ। ਸੋ ਮੈਨੀ ਕੁਐਸਚਨਸ ਆਰ ਇਨ ਆਰ ਮਾਈਂਡ, ਸੋ ਲੈਟ ਅਸ ਸੋਲਵ ਦਿਸ ਪ੍ਰੋਬਲਮ। ਸੋ ਇਸ ਪ੍ਰੋਬਲਮ ਨੂੰ ਸੋਲਵ ਕਰਨ ਦੇ ਲਈ ਵਟ ਵੀ ਹੈਵ ਟੂ ਡੂ, ਕਰਨਾ ਕੀ ਪਏਗਾ ਆਪਾਂ ਨੂੰ, ਕੰਟੀਨਿਊਟੀ ਡਿਸਕਸ ਕਰਦੇ ਹਾਂ। let k be an arbitrary point ਇੱਕ k ਆਪਾਂ ਚੂਜ਼ ਕਰ ਲਿਆ, ਕੋਈ ਵੀ ਆਰਬਿਟਰੇਰੀ ਪੁਆਇੰਟ। k ਇੱਕ ਆਰਬਿਟਰੇਰੀ ਪੁਆਇੰਟ, ਆਰਬਿਟਰੇਰੀ ਪੁਆਇੰਟ ਮਤਲਬ k ਰੀਅਲ ਨੰਬਰ ਲਾਈਨ ਦੇ ਉੱਪਰ ਕੁਝ ਵੀ ਹੋ ਸਕਦਾ। k ਇਜ਼ ਨਾਟ ਅ ਇਮੈਜਿਨਰੀ ਨੰਬਰ। ਸੋ ਪਹਿਲਾਂ ਕਲੀਅਰ ਕਰ ਦੇਣਾ, k ਇਮੈਜਿਨਰੀ ਨਹੀਂ ਹੈ, k ਕੋਈ ਵੀ ਰੀਅਲ ਨੰਬਰ ਆ, ਕੋਈ ਆਰਬਿਟਰੇਰੀ ਨੰਬਰ ਆ। ਆਪਾਂ ਉਸ k ਪੁਆਇੰਟ ਤੇ ਦੀ ਕੰਟੀਨਿਊਟੀ ਚੈੱਕ ਕਰਾਂਗੇ। ਜੇ ਫੰਕਸ਼ਨ ਉਸ ਪੁਆਇੰਟ ਤੇ ਕੰਟੀਨਿਊਸ ਹੋ ਗਿਆ ਤਾਂ ਮਤਲਬ ਪੂਰੀ ਰੀਅਲ ਨੰਬਰ ਦੇ ਉੱਪਰ ਇਹ ਫੰਕਸ਼ਨ ਕੀ ਆ, ਕੰਟੀਨਿਊਸ ਹੋਏਗਾ। ਵੈਸੇ ਤਾਂ ਇੱਕ ਤੁਹਾਨੂੰ ਮੈਂ ਚੀਜ਼ ਦੱਸ ਦਿੰਦਾ, ਬਹੁਤ ਹੀ ਸਿੰਪਲ ਜੀ ਚੀਜ਼ ਆ, ਕਾਫੀ ਬੁੱਕਸ ਦੀ ਡੈਫੀਨੇਸ਼ਨ ਆ ਵੀ ਪੋਲੀਨੋਮੀਅਲ ਫੰਕਸ਼ਨਸ ਆਰ ਆਲਵੇਜ਼ ਕੰਟੀਨਿਊਸ। ਪੋਲੀਨੋਮੀਅਲ ਫੰਕਸ਼ਨ ਜਿਹੜੇ ਹੁੰਦੇ ਆ ਉਹ ਆਲਵੇਜ਼ ਕੀ ਹੁੰਦੇ ਆ, ਕੰਟੀਨਿਊਸ ਹੁੰਦੇ ਆ। ਇਹ ਫੰਕਸ਼ਨ ਜੋ ਹੈ ਇਹ ਪੋਲੀਨੋਮੀਅਲ ਹੈ, ਐਜ਼ ਵੈਲ ਐਜ਼ ਵੀ ਕੈਨ ਸੇ ਆ ਲੀਨੀਅਰ ਫੰਕਸ਼ਨ। ਸੋ ਇਹਦਾ ਗ੍ਰਾਫ ਜਦੋਂ ਬਣਾਉਂਗੇ ਤਾਂ ਕੰਟੀਨਿਊਸ ਹੀ ਬਣੂਗਾ। ਵੈਸੇ ਤਾਂ ਓਬਵੀਅਸ ਜੀ ਗੱਲ ਹੈ, ਬਟ ਹੁਣ ਆਪਾਂ ਬਾਈ ਡੈਫੀਨੇਸ਼ਨ ਇਸ ਕੁਐਸਚਨ ਨੂੰ ਸੋਲਵ ਕਰਨ ਜਾ ਰਹੇ ਹਾਂ। ਸੋ ਹਾਊ ਵੀ ਆਰ ਏਬਲ ਟੂ ਸੋਲਵ, ਤਾਂ ਆਪਾਂ ਚੈੱਕ ਕਰਨਾ ਵਾ ਲਿਮਿਟ x ਅਪਰੋਚਿਸ ਟੂ k ਨੈਗੇਟਿਵ fx ਇਕੁਅਲ ਟੂ ਲਿਮਿਟ h ਅਪਰੋਚਿਸ ਟੂ 0। ਠੀਕ ਹੈ ਜੀ, f ਆਫ k ਨੈਗੇਟਿਵ ਹੈ, ਮਤਲਬ ਕੀ ਆ ਆਪਣੇ ਕੋਲੇ ਜਦੋਂ ਆਪਾਂ h ਅਪਰੋਚਿਸ ਟੂ 0 ਕਰ ਹੀ ਦਿੱਤਾ ਇੱਥੇ, ਤਾਂ ਆਪਣੇ ਕੋਲ ਆਏਗਾ ਇੱਥੇ k ਦੇ ਵਿੱਚੋਂ ਥੋੜਾ ਜਿਹਾ ਰਿਡਿਊਸਡ ਨੰਬਰ। ਤਾਂ ਹੁਣ ਆਪਾਂ x ਦੀ ਜਗ੍ਹਾ ਤੇ ਕੀ ਰਿਪਲੇਸ ਕਰਾਂਗੇ, ਆਪਾਂ x ਦੀ ਜਗ੍ਹਾ ਤੇ ਰਿਪਲੇਸ ਕਰਾਂਗੇ k ਮਾਈਨਸ h ਮਾਈਨਸ 5 ਦਿਸ ਵਨ ਐਂਡ ਲਿਮਿਟ h approaches to 0। ठीक है जी, 0 ਨੂੰ ਅਪਰੋਚ ਕਰਵਾ ਦਿਓ, you will get here k minus 5। afterwards limit x approaches to k positive fx is equals to limit h approaches to 0 f of h plus k, or we can say k plus h, whatever you like to write here। limit h approaches to 0 ਇੱਥੇ ਆਏਗਾ ਆਪਣੇ ਕੋਲੇ k plus h minus 5, ਤਾਂ h ਨੂੰ 0 ਨੂੰ ਅਪਰੋਚ ਕਰਵਾ ਦੋਗੇ ਤਾਂ ਤੁਹਾਡੇ ਕੋਲੇ k minus 5 ਹੀ ਦੁਬਾਰਾ ਬਚੇਗਾ। f of k ਦੀ ਗੱਲ ਕਰ ਲੈਂਦੇ ਹਾਂ, ਜਦੋਂ ਆਪਾਂ f of k ਦੀ ਗੱਲ ਕਰਾਂਗੇ ਇਟ ਵਿਲ ਬੀ ਅਗੇਨ ਸੇਮ k minus 5। all three values are to be equal। I hope so this is visible to you। ਤਿੰਨੋਂ ਦੀਆਂ ਤਿੰਨੋਂ ਵੈਲਿਊਜ਼ ਕੀ ਆਈਆਂ ਨੇ, ਇਕੁਅਲ ਆਈਆਂ ਨੇ। ਸੋ ਹੇਅਰ ਆਰ ਕੁਐਸਚਨ ਇਜ਼ ਓਵਰ। ਤਾਂ ਆਪਾਂ ਇਹ ਕਹਾਂਗੇ ਦਿਸ ਫੰਕਸ਼ਨ ਇਜ਼ ਅ ਕੰਟੀਨਿਊਸ ਫੰਕਸ਼ਨ। ਇਸੇ ਕੁਐਸਚਨ ਦਾ ਜੋ ਬੀ ਪਾਰਟ ਹੈ ਉਹ ਤੁਸੀਂ ਖੁਦ ਟਰਾਈ ਕਰੋਗੇ। ਲੈਟ ਅਸ ਸੀ ਦਾ ਨੈਕਸਟ ਵਨ।
हाँ जी स्टूडेंट्स, तो सी पार्ट की जो आप गल करते हैं, बी पार्ट इज़ योर होमवर्क, वेरी ईजी पार्ट। सी पार्ट की गल करते हैं, सी पार्ट च स्टेटमेंट है x² - 25 ओवर x + 5। यू आर ऑल फैमिलीयर विद भी x² - 25 ਨੂੰ ਆਪਾਂ x + 5 ਤੇ x - 5 ਲਿਖ ਸਕਦੇ ਹਾਂ। ਓਵਰ ਕੀ ਪਿਆ ਵਾ x + 5 ਪਿਆ, ਇਹਦੇ ਨਾਲ ਇਹ ਕੈਂਸਲ ਹੋ ਜਾਏਗਾ, ਆਪਣੇ ਕੋਲ ਬਚੇ x - 5। x - 5 ਨੂੰ ਹੁਣੇ ਸੋਲਵ ਕੀਤਾ ਸੀ, ਸੋ C part is also over। ਨੈਕਸਟ ਪਾਰਟ ਇਜ਼ ਲਿਟਲ ਬਿਟ ਇੰਪੋਰਟੈਂਟ ਫॉर ਯੂ ਆਲ ਸਟੂਡੈਂਟਸ, ਸੋ ਉਸ ਪਾਰਟ ਨੂੰ ਧਿਆਨ ਨਾਲ ਸਮਝਣਾ ਵਾ, ਦੈਟ ਇਜ਼ ਦਾ ਪਾਰਟ D ਆਫ ਦਿਸ ਕੁਐਸਚਨ। ਲੈਟ ਅਸ ਅੰਡਰਸਟੈਂਡ ਦੈਟ ਪਾਰਟ। In this part statement is given to us is in modulus। modulus ਦੇ ਵਿੱਚ ਆਪਾਂ ਨੂੰ statement given ਆ, statement is x - 5's modulus, ਠੀਕ ਹੈ ਜੀ। ਸੋ ਸੋਲਵ ਕਰਨ ਤੋਂ ਪਹਿਲਾਂ, ਇਸ ਸਟੇਟਮੈਂਟ ਨੂੰ ਸੋਲਵ ਕਰਨ ਤੋਂ ਪਹਿਲਾਂ ਆਪਣੇ ਕੋਲ ਜੋ ਚੀਜ਼ਾਂ ਰਿਕੁਆਇਰਡ ਨੇ, ਜੋ ਚੀਜ਼ਾਂ ਆਪਾਂ ਯੂਜ਼ ਕਰ ਸਕਦੇ ਹਾਂ, ਉਹ ਹੈਗੀਆਂ ਨੇ +1 ਕਲਾਸ ਸੈਟ ਥਿਊਰੀ ਡੈਫੀਨੇਸ਼ਨ ਆਫ ਮੋਡ ਫੰਕਸ਼ਨ। ਉਹ ਡੈਫੀਨੇਸ਼ਨ ਆਪਣੀ ਮੋਡ ਫੰਕਸ਼ਨ ਦੀ ਹੁੰਦੀ ਸੀ ਕੁਛ ਇਸ ਤਰ੍ਹਾਂ, ਤੁਹਾਨੂੰ ਯਾਦ ਹੋਣਾ, ਥੋੜ੍ਹਾ ਜਿਹਾ +1 ਨੂੰ ਰਿਕਾਲ ਕਰ ਲੈਂਦੇ ਹਾਂ ਵੀ ਮੋਡ x ਨੂੰ ਤੁਸੀਂ ਲਿਖਦੇ ਹੁੰਦੇ ਸੀ -x ਤੇ ਓਨਲੀ x, ਇਫ x ਇਜ਼ ਲੈਸ ਦੈਨ 0, ਇਫ x ਇਜ਼ ਗ੍ਰੇਟਰ ਦੈਨ ਔਰ ਇਕੁਅਲ ਟੂ 0। ਆਹ ਚੀਜ਼ ਤੁਸੀਂ ਲਿਖਦੇ ਹੁੰਦੇ ਸੀ, ਆਈ ਥਿੰਕ ਤੁਹਾਨੂੰ ਯਾਦ ਹੋਣੀ ਹੈ। ਤੇ ਗ੍ਰਾਫ ਵੀ ਬਣਾਉਂਦੇ ਹੁੰਦੇ ਸੀ, ਸਟੇਅਰਸ ਵਾਲਾ ਗ੍ਰਾਫ, ਕੁਛ ਇੱਦਾਂ ਨਹੀਂ, ਸਟੇਅਰਸ ਵਾਲਾ ਨਹੀਂ, ਵੀ ਸ਼ੇਪ ਗ੍ਰਾਫ ਇਹਦਾ ਬਣਦਾ ਹੁੰਦਾ ਸੀ ਆਪਣੇ ਕੋਲ, ਠੀਕ ਹੈ ਜੀ। ਸੋ ਇਸ ਗ੍ਰਾਫ ਦੇ ਅਕੋਰਡਿੰਗ ਹੁਣ ਆਪਣੇ ਕੋਲ ਕੀ ਹੈ, ਫੰਕਸ਼ਨ ਜੋ ਹੈ ਉਹ x - 5 ਆ, ਤਾਂ ਮਤਲਬ ਕੀ ਹੈ, ਇੱਥੇ ਆਪਾਂ ਇਹਨੂੰ ਫੰਕਸ਼ਨ ਨੂੰ 5 ਤੇ ਬ੍ਰੇਕ ਕਰਾਂਗੇ, ਠੀਕ ਹੈ ਜੀ। ਤਾਂ ਆਪਣਾ ਜੋ f(x) ਦਿੱਤਾ ਹੋਇਆ, ਦਿਸ f(x) ਆਈ ਐਮ ਟਾਕਡ ਅਬਾਊਟ, ਇਹ f(x) ਫੰਕਸ਼ਨ ਦੇ ਅਕੋਰਡਿੰਗ ਬਣੇਗਾ x - 5 ਬਾਹਰ ਨੈਗੇਟਿਵ, x ਦੀ ਵੈਲਿਊ ਜਦੋਂ ਲੈਸ ਦੈਨ 5 ਆ, ਤੇ x - 5 ਬਾਹਰ ਪੋਜ਼ਿਟਿਵ ਸਾਈਨ ਜਦੋਂ x ਗ੍ਰੇਟਰ ਦੈਨ ਔਰ ਇਕੁਅਲ ਟੂ 5 ਹੈ। ਤਾਂ ਫੰਕਸ਼ਨ ਆਪਣਾ ਦੋ ਪਾਰਟਸ ਦੇ ਵਿੱਚ ਕੀ ਹੋ ਗਿਆ, ਬ੍ਰੇਕ ਹੋ ਗਿਆ। ਹੁਣ ਇਹੋ ਜਿਹੇ ਕੁਐਸਚਨਸ ਦੇ ਵਿੱਚ ਜੋ ਟੀਚਰਸ ਫਸਟ ਆਫ ਆਲ h ਯੂਜ਼ ਨਹੀਂ ਕਰਦੇ, c ਯੂਜ਼ ਨਹੀਂ ਕਰਦੇ ਜਾਂ k ਯੂਜ਼ ਨਹੀਂ ਕਰਦੇ, ਉਹ ਇੱਦਾਂ ਦੇ ਕੁਐਸਚਨ ਦੇ ਵਿੱਚ ਆ ਕੇ ਲੈਫਟ ਹੈਂਡ ਲਿਮਿਟ ਤੇ ਰਾਈਟ ਹੈਂਡ ਲਿਮਿਟ ਦੀ ਗੱਲ ਕਰਨ ਲੱਗ ਜਾਂਦੇ ਆ ਵੀ ਡਾਇਰੈਕਟਲੀ ਸੋਲਵ ਕਰ ਲਓ ਜਾਂ ਕੁਛ ਇੱਦਾਂ ਜਾਂ ਉੱਦਾਂ, ਠੀਕ ਹੈ ਜੀ। ਸੋ ਨਾਓ ਲੈਟ ਅਸ ਟਾਕ ਅਬਾਊਟ ਦਿਸ ਕੁਐਸਚਨ। ਵੀ ਆਪਣੇ ਕੋਲ ਕੁਐਸਚਨ ਹੈ ਕੀ, ਹੁਣ ਆਪਾਂ ਇਹਦੀ ਕੰਟੀਨਿਊਟੀ ਦੀ ਗੱਲ ਕਰਾਂਗੇ। ਕੰਟੀਨਿਊਟੀ ਦੀ ਗੱਲ ਕਰਨ ਲਈ ਦਿਸ ਫੰਕਸ਼ਨ ਇਜ਼ ਡਿਫਾਈਨਡ ਐਟ ਆਲ ਦਾ ਪੁਆਇੰਟਸ ਔਨ ਦਾ ਰੀਅਲ ਲਾਈਨ, ਇਹ ਸਾਰੇ ਰੀਅਲ ਲਾਈਨਸ ਦੇ ਉੱਪਰ ਡਿਫਾਈਨਡ ਹੈ। ਦੈਨ ਆਪਾਂ ਨੂੰ ਹੁਣ ਕੀ ਕਰਨਾ ਪੈਣਾ ਵਾ, ਤਾਂ ਫਿਰ ਆਪਾਂ ਇੱਕ ਆਰਬਿਟਰੇਰੀ ਪੁਆਇੰਟ ਆਪਾਂ ਗੱਲ ਕਰਾਂਗੇ 5 ਦੇ ਇੰਡੀਕੇਟਡ, ਵੀ 5 ਤੋਂ ਲੈਸ ਦੇ ਲਈ ਫੰਕਸ਼ਨ ਕੀ ਆ, 5 ਤੋਂ ਗ੍ਰੇਟਰ ਲਈ ਫੰਕਸ਼ਨ ਕੀ ਆ, 5 ਦੀ ਇਕੁਐਲਿਟੀ ਜਦੋਂ ਹੋਲਡ ਕਰਦੀ ਹੈ ਉਦੋਂ ਇਹ ਫੰਕਸ਼ਨ ਕੀ ਆ, ਠੀਕ ਹੈ ਜੀ। ਸੋ ਆਪਾਂ ਉਸ ਚੀਜ਼ ਦੀ ਗੱਲ ਕਰਾਂਗੇ, ਉਸ ਪੁਆਇੰਟ ਦੇ ਉੱਪਰ ਡਿਸਕਸ਼ਨ ਕਰਾਂਗੇ ਇਹਦੀ ਕੰਟੀਨਿਊਟੀ ਦੀ। ਹਾਂਜੀ ਸਟੂਡੈਂਟਸ, ਸੋ ਵੀ ਵਿਲ ਕੰਟੀਨਿਊ ਹੇਅਰ ਵਿਦ ਦ ਡੀ ਪਾਰਟ। ਸੋ ਆਪਾਂ ਇੱਥੇ ਕਰ ਰਹੇ ਸੀਗੇ ਵੀ f(x) ਦੀ ਵੈਲਿਊ ਆਪਾਂ ਨੂੰ ਆਹ ਚੀਜ਼ ਆਪਣੇ ਕੋਲ ਫੰਕਸ਼ਨ ਬਣ ਜਾਏਗਾ ਬਾਈ ਦ ਡੈਫੀਨੇਸ਼ਨ ਆਫ ਅ ਮੋਡ ਫੰਕਸ਼ਨ। ਸੋ ਮੋਡ ਫੰਕਸ਼ਨ ਦੀ ਡੈਫੀਨੇਸ਼ਨ ਜੇ ਬਣ ਗਈ ਤਾਂ ਇਸ ਤੋਂ ਬਾਅਦ ਹੁਣ ਆਪਾਂ ਕਰਨਾ ਕੀ ਆ, ਦੇਖੋ ਆਪਾਂ ਲੈਟ ਕਰਾਂਗੇ ਜੋ ਆਪਾਂ ਪ੍ਰੀਵੀਅਸ ਕੁਐਸਚਨ ਦੇ ਵਿੱਚ ਵੀ ਕਰਕੇ ਆਏ ਸੀ, ਉਹੀ ਚੀਜ਼ ਆਪਾਂ ਇੱਥੇ ਲੈਟ ਕਰਨ ਜਾ ਰਹੇ ਹਾਂ। ਆਪਾਂ ਲੈਟ ਕਰਾਂਗੇ ਲੈਟ k ਬੀ ਐਨੀ ਆਰਬਿਟਰੇਰੀ ਪੁਆਇੰਟ, ਲੈਟ k ਬੀ ਐਨੀ ਆਰਬਿਟਰੇਰੀ ਪੁਆਇੰਟ, ਕਿਉਂਕਿ ਆਪਾਂ ਇਹ ਗੱਲ ਕਹੀ ਸੀ ਵੀ ਇੰਡੀਕੇਟਡ ਪੁਆਇੰਟ ਹੈ ਨਹੀਂ ਗਾ, ਇੰਡੀਕੇਟਡ ਪੁਆਇੰਟ ਕੋਈ ਵੀ ਆਪਾਂ ਨੂੰ ਨਹੀਂ ਦਿੱਤਾ ਹੋਇਆ ਸੀ, ਤਾਂ ਆਪਾਂ k ਦੀ ਗੱਲ ਕਰ ਰਹੇ ਹਾਂ ਵੀ k ਕੀ ਹੈ, ਕੋਈ ਵੀ ਆਰਬਿਟਰੇਰੀ ਪੁਆਇੰਟ ਆਪਾਂ ਚੂਜ਼ ਕਰ ਰਹੇ ਹਾਂ। k ਕੀ ਹੋ ਸਕਦਾ ਵਾ, ਦੇਖੋ ਆਹ 5 ਆਹ ਲਾਈਨ ਹੈ, ਇੱਥੇ 5 ਹੈ, k ਦੀ ਵੈਲਿਊ 5 ਤੋਂ ਲੈਸ ਵੀ ਹੋ ਸਕਦੀ ਹੈ, k ਦੀ ਵੈਲਿਊ 5 ਦੇ ਇਕੁਅਲ ਵੀ ਹੋ ਸਕਦੀ ਹੈ, ਤੇ k ਦੀ ਵੈਲਿਊ 5 ਤੋਂ ਗ੍ਰੇਟਰ ਵੀ ਹੋ ਸਕਦੀ ਹੈ। ਸੋ ਆਪਾਂ ਇਹਨਾਂ ਤਿੰਨਾਂ ਕੇਸਿਸ ਦੇ ਉੱਪਰ ਡਿਸਕਸ਼ਨ ਕਰਾਂਗੇ ਵੀ ਆਪਣਾ ਫੰਕਸ਼ਨ k ਦੇ ਲਈ ਕੰਟੀਨਿਊਅਸ ਹੈ ਜਾਂ ਨਹੀਂ ਹੈ, ਠੀਕ ਹੈ ਜੀ। ਸੋ ਇਸ ਤਿੰਨ ਕੇਸਿਸ ਦੇ ਉੱਪਰ ਡਿਸਕਸ਼ਨ ਕਰਨ ਦੇ ਲਈ ਆਪਾਂ ਸਟਾਰਟ ਕਰਦੇ ਹਾਂ ਲਿਮਿਟ x ਅਪਰੋਚਿਸ ਟੂ k ਨੈਗੇਟਿਵ f(x) ਇਜ਼ ਇਕੁਅਲ ਟੂ ਲਿਮਿਟ h ਅਪਰੋਚਿਸ ਟੂ 0 f ਆਫ k ਦੇ ਵਿੱਚੋਂ ਮੈਂ h ਨੂੰ ਕੀ ਕੀਤਾ, ਮਾਈਨਸ ਕੀਤਾ। ਦੇਖੋ k ਨੈਗੇਟਿਵ ਦਾ ਮਤਲਬ ਕੀ ਹੈ, ਜਦੋਂ k 5 ਤੋਂ ਲੈਸ ਵਾ, ਜਦੋਂ k ਕੀ ਹੈ 5 ਤੋਂ ਲੈਸ, ਤਾਂ ਜਦੋਂ k 5 ਤੋਂ ਲੈਸ ਆ ਯਾਨੀ ਕਿ ਆਪਣੀ x ਜੋ ਹੈ ਉਹ 5 ਤੋਂ ਲੈਸ ਆ, ਤਾਂ ਆਪਣੇ ਕੋਲ ਫੰਕਸ਼ਨ ਦੇ ਵਿੱਚ ਕਿਹੜਾ ਫੰਕਸ਼ਨ ਚੂਜ਼ ਕਰਾਂਗੇ ਆਪਾਂ, ਇਹ ਵਾਲਾ ਨੈਗੇਟਿਵ ਸਾਈਨ ਆਊਗਾ, ਇੱਥੇ ਆਏਗਾ k ਮਾਈਨਸ h, ਠੀਕ ਹੈ ਜੀ। ਤੇ ਆਊਟਸਾਈਡ ਇੱਕ ਹੋਰ ਕੀ ਹੈ ਆਪਣੇ ਕੋਲ -5 ਆਏਗਾ, ਤੇ ਇੱਥੇ ਕਿੰਨਾ ਆਏਗਾ, ਲਿਮਿਟ h ਅਪਰੋਚਿਸ ਟੂ 0, ਇੱਥੇ ਆਪਣੇ ਕੋਲ ਇਹ ਚੀਜ਼ ਆਏਗੀ। ਸੋ ਇਹਦੇ ਅਕੋਰਡਿੰਗ ਹੁਣ ਆਪਣੇ ਕੋਲ ਬਚਿਆ ਕਿ h ਨੂੰ 0 ਰਿਪਲੇਸ ਕਰਨ ਤੋਂ ਬਾਅਦ ਇੱਥੇ ਮੇਰੇ ਕੋਲ ਆਏਗਾ k ਮਾਈਨਸ 5 ਵਿਦ ਅ ਨੈਗੇਟਿਵ ਸਾਈਨ, ਔਰ ਵੀ ਕੈਨ ਸੇ 5 ਮਾਈਨਸ k, ਇਹੀ ਆਏਗਾ। ਤਾਂ ਹੁਣ ਮੈਂ ਕੀ ਕਰਨਾ ਵਾ, f ਆਫ k ਦੀ ਵੈਲਿਊ ਚੈੱਕ ਕਰੂੰਗਾ, ਤੇ k ਮੇਰੇ ਕੋਲ ਕੀ ਆ, ਕੇਸ 1 ਦੀ ਮੈਂ ਗੱਲ ਕਰ ਰਿਹਾ ਵਾਂ ਹਜੇ, ਤੇ k ਕੀ ਹੈ ਮੇਰੇ ਕੋਲ, k ਜੋ ਹੈ ਉਹ ਲੈਸ ਦੈਨ 5 ਹੀ ਹੈ। ਤਾਂ ਜਦੋਂ f ਆਫ k ਕਰੂੰਗਾ, k ਲੈਸ ਦੈਨ 5 ਆ, ਤਾਂ ਆਹੀ ਫੰਕਸ਼ਨ ਦੁਬਾਰਾ ਆਏਗਾ। ਤਾਂ ਇਹ ਫੰਕਸ਼ਨ ਹੈ ਕੀ ਹੈ ਮੇਰਾ, ਮਾਈਨਸ k ਮਾਈਨਸ 5, ਇਹੀ ਆਏਗਾ, ਔਰ ਵੀ ਕੈਨ ਰਾਈਟ ਇਟ ਐਜ਼
5 माइनस किया, माइनस ਨੂੰ ਐਡਜਸਟ ਕਰਕੇ। ਸੋ ਇਹਦਾ ਮਤਲਬ ਕੇਸ 1 ਚ ਦੋਨੋਂ ਆਨਸਰਸ ਕੀ ਆ ਗਏ ਮੇਰੇ, ਸੇਮ ਆ ਗਏ। ਜੇ ਦੋਨੋਂ ਆਨਸਰ ਸੇਮ ਆਏ ਆ ਇਟ ਮੀਨਸ ਫੰਕਸ਼ਨ ਇਜ਼ ਕੰਟੀਨਿਊਅਸ ਹੇਅਰ। ਆਫਟਰਵਰਡਸ ਹੁਣ ਆਪਾਂ ਕੇਸ 2 ਦੀ ਗੱਲ ਕਰਦੇ ਹਾਂ। ਕੇਸ 2 ਦੇ ਵਿੱਚ ਮੈਂ ਕੀ ਕਰੂੰਗਾ, ਜਦੋਂ ਮੈਂ ਕਹੂੰਗਾ ਵੀ k ਜੋ ਹੈ ਉਹ ਇਕੁਅਲ ਟੂ 5 ਹੀ ਹੈ ਤਾਂ ਲਿਮਿਟ x ਅਪਰੋਚਿਸ ਟੂ k। ਹੁਣ ਇੱਥੇ ਮੈਂ ਕੀ ਕਰੂੰਗਾ, ਲਿਮਿਟ x ਅਪਰੋਚਿਸ ਟੂ k ਦੀ ਗੱਲ ਕਰੂੰਗਾ fx, ਜਾਂ ਫਿਰ ਮੈਂ ਸਿੱਧਾ ਹੀ ਕਹੂੰਗਾ ਲਿਮਿਟ x ਅਪਰੋਚਿਸ ਟੂ 5 ਕਿਉਂਕਿ k ਤਾਂ ਐਗਜ਼ੈਕਟਲੀ ਇਕੁਅਲ ਟੂ 5 ਹੈ। fx ਤਾਂ ਉਹ ਵੈਲਿਊ ਮੇਰੇ ਕੋਲ ਕਿੰਨੀ ਆਏਗੀ, ਦੇਖੋ 5 ਮਾਈਨਸ 5 ਇਟ ਵਿਲ ਬੀ 0। ਆਹੀ ਫੰਕਸ਼ਨ ਚੂਜ਼ ਕਰਾਂਗੇ ਨਾ ਇਕੁਐਲਿਟੀ ਦੇ ਲਈ ਆਪਾਂ। ਉਸੇ ਤਰ੍ਹਾਂ ਹੀ ਜੇ ਮੈਂ f ਆਫ 5 ਦੀ ਗੱਲ ਕਰੂੰਗਾ, f ਆਫ 5 ਮਤਲਬ f ਆਫ k ਦੀ ਗੱਲ ਕਰ ਰਹੇ ਹਾਂ ਤੇ k ਇਕੁਅਲ ਟੂ 5 ਆ। ਇਕੁਅਲ ਟੂ 5 ਵਾਲੀ ਕੰਡੀਸ਼ਨ ਇੱਥੇ ਹੀ ਹੋਲਡ ਕਰਦੀ ਹੈ ਤਾਂ ਉਹ ਵੀ ਕਿੰਨਾ ਆਏਗਾ 5 ਮਾਈਨਸ 5 0। ਸੋ ਇਸ ਕੇਸ ਦੇ ਵਿੱਚ ਵੀ ਫੰਕਸ਼ਨ ਕੀ ਹੋ ਗਿਆ ਆਪਣਾ, ਕੰਟੀਨਿਊਸ ਹੋ ਗਿਆ। ਥਰਡ ਕੇਸ ਜੋ ਆਪਾਂ ਅਪਲਾਈ ਕਰਨ ਜਾ ਰਹੇ ਹਾਂ, ਥਰਡ ਕੇਸ ਰਾਜੇ ਆਪਣੇ ਕੋਲ ਹੈ ਕੀ, ਥਰਡ ਕੇਸ ਦੀ ਗੱਲ ਕਰਾਂਗੇ ਜਦੋਂ k ਆਪਣੇ ਕੋਲ ਗ੍ਰੇਟਰ ਦੈਨ 5 ਆ। ਗ੍ਰੇਟਰ ਦੈਨ 5 ਦੇ ਲਈ ਹੁਣ ਆਪਾਂ ਕਰਾਂਗੇ f ਆਫ ਲਿਮਿਟ x ਅਪਰੋਚਿਸ ਟੂ k fx, ਇਹਦੀ ਗੱਲ ਕਰਾਂਗੇ ਤਾਂ ਇਹ ਆ ਜਾਏਗਾ ਲਿਮਿਟ h ਅਪਰੋਚਿਸ ਟੂ 0 f ਆਫ k ਪਲਸ h ਮਾਈਨਸ ਜਸਟ ਅ ਮਿੰਟ x ਦੀ ਜਗ੍ਹਾ ਤੇ ਸੌਰੀ ਹਾਂ k ਪਲਸ h ਲਿਖਾਂਗੇ ਤਾਂ ਉਹਦੀ ਵੈਲਿਊ ਲਿਮਿਟ h ਅਪਰੋਚਿਸ ਟੂ 0। ਦੇਖੋ k ਦੀ ਵੈਲਿਊ ਗ੍ਰੇਟਰ ਦੈਨ 5 ਆ, ਗ੍ਰੇਟਰ ਦੈਨ 5 ਦੇ ਲਈ ਫੰਕਸ਼ਨ ਆਪਣੇ ਕੋਲ ਨੀਚੇ ਵਾਲਾ ਹੈ ਤਾਂ ਉਹ ਆ ਜਾਏਗਾ ਆਪਣੇ ਕੋਲ ਇੱਥੇ ਫੰਕਸ਼ਨ k ਪਲਸ h ਮਾਈਨਸ 5। h ਨੂੰ 0 ਰਿਪਲੇਸ ਕਰੋਗੇ ਤਾਂ ਇੱਥੇ k ਮਾਈਨਸ 5 ਬਚੇਗਾ ਆਪਣੇ ਕੋਲ। f ਆਫ k ਦੀ ਗੱਲ ਕਰ ਲੈਂਦੇ ਹਾਂ ਡਾਇਰੈਕਟਲੀ, f ਆਫ k ਦੀ ਗੱਲ ਕਰੂੰਗਾ ਡਾਇਰੈਕਟਲੀ ਉਹ ਜਦੋਂ ਇਕੁਐਲਿਟੀ ਹੋਲਡ ਕਰਦੀ ਹੈ ਇਟ ਇਜ਼ ਅਗੇਨ k ਮਾਈਨਸ 5। ਇਹ ਦੋਨੋਂ ਵੀ ਇਕੁਅਲ ਆ ਗਈ ਤਾਂ ਥਰਡ ਕੇਸ 'ਚ ਵੀ ਕੀ ਆ ਗਿਆ ਆਪਣੇ ਕੋਲ, ਕੰਟੀਨਿਊਸ ਆ ਗਿਆ। ਫਸਟ ਵੀ ਕੰਟੀਨਿਊਸ, ਸੈਕਿੰਡ ਕੇਸ ਵੀ ਕੰਟੀਨਿਊਸ, ਥਰਡ ਕੇਸ ਵੀ ਕੰਟੀਨਿਊਸ। ਤਾਂ ਆਪਾਂ ਐਟ ਦਾ ਐਂਡ ਇਹ ਕਹਾਂਗੇ ਵੀ ਫੰਕਸ਼ਨ ਜਿਹੜਾ ਹੈਗਾ ਵਾ ਆਲ ਰੀਅਲ ਨੰਬਰਸ ਗ੍ਰੇਟਰ ਦੈਨ 5 ਦੇ ਲਈ ਵੀ ਕੰਟੀਨਿਊਸ ਸੀ, ਆਲ ਰੀਅਲ ਨੰਬਰਸ ਲੈਸ ਦੈਨ 5 ਦੇ ਲਈ ਵੀ ਕੰਟੀਨਿਊਸ ਸੀ, f ਆਫ 5 ਦੇ ਲਈ ਵੀ ਫੰਕਸ਼ਨ ਕੰਟੀਨਿਊਸ ਸੀ। ਇਹਦਾ ਮਤਲਬ ਫੰਕਸ਼ਨ ਜੋ ਹੈ 5 ਦੇ ਈਚ ਐਂਡ ਐਵਰੀ ਪਾਰਟ ਤੇ ਕੀ ਹੈ, ਕੰਟੀਨਿਊਸ ਆ। ਸੋ ਹੈਂਸ ਦਿਸ ਫੰਕਸ਼ਨ ਇਜ਼ ਕੰਟੀਨਿਊਸ। ਵੈਸੇ ਵੀ ਦੇਖਿਆ ਜਾਵੇ ਗ੍ਰਾਫਿਕਲੀ ਜੇ ਮੈਂ ਗੱਲ ਕਰਾਂ x ਮਾਈਨਸ 5 ਦਾ ਮੋਡ ਜੋ ਹੈ ਉਹਦਾ ਗ੍ਰਾਫ ਮੇਰੇ ਕੋਲ ਇਹੀ ਬਣੇਗਾ ਨਾ ਜੇ 5 ਇੱਥੇ ਹੈ, ਠੀਕ ਹੈ, x ਮਾਈਨਸ 5 ਦਾ ਗ੍ਰਾਫ। ਤਾਂ ਇਹ ਗ੍ਰਾਫ ਨੂੰ ਮੈਂ ਬਿਨਾ ਪੈਨ ਨੂੰ ਲਿਫਟ ਕੀਤੇ ਬਣਾ ਸਕਦਾ। ਸੋ ਦੈਟਸ ਵਾਈ ਦਿਸ ਫੰਕਸ਼ਨ ਇਜ਼ ਕਲੀਅਰਲੀ ਆਲਸੋ ਕੰਟੀਨਿਊਸ, ਹੈਂਸ ਦਿਸ ਫੰਕਸ਼ਨ ਇਜ਼ ਕੰਟੀਨਿਊਸ ਫੰਕਸ਼ਨ। So here are this question is also over. Afterwards we will see the next one. So we will talk here about the question number 4. This question is f of x equals to x raised to power n, where n is equals to what? n ਇੱਕ ਹੈਗੀ ਆਪਣੇ ਕੋਲੇ ਪੋਜ਼ਿਟਿਵ ਇੰਟੀਜ਼ਰ। ਪੋਜ਼ਿਟਿਵ ਇੰਟੀਜ਼ਰ ਦਾ ਮਤਲਬ ਕੀ ਹੈ, n ਕਦੇ ਵੀ ਨੈਗੇਟਿਵ ਨਹੀਂ ਹੋ ਸਕਦੀ, n ਜ਼ੀਰੋ ਨਹੀਂ ਹੈ, n ਕੀ ਹੈ ਇੱਕ ਪੋਜ਼ਿਟਿਵ ਇੰਟੀਜ਼ਰ ਹੈ। ਦੇਖੋ ਪੋਜ਼ਿਟਿਵ ਨੰਬਰ ਆ, ਕਿਸੇ ਵੀ ਚੀਜ਼ ਦੀ ਪਾਵਰ ਜੇ ਪੋਜ਼ਿਟਿਵ ਨੰਬਰ ਹੋਵੇ ਤਾਂ ਉਹ ਚੀਜ਼ ਕਦੇ ਵੀ ਨੋਟ ਡਿਫਾਈਨ ਨਹੀਂ ਹੋ ਸਕਦੀ। ਪਹਿਲੀ ਗੱਲ ਤਾਂ ਇਹ ਹੈ, ਠੀਕ ਹੈ ਨਾ। n ਦੀ ਵੈਲਿਊ 1 ਰੱਖ ਲਓ, 2 ਰੱਖ ਲਓ, 3 ਰੱਖ ਲਓ, 4 ਰੱਖ ਲਓ, ਵਟ ਐਵਰ ਯੂ ਲਾਈਕ ਟੂ ਪੁੱਟ ਦਾ ਵੈਲਿਊ ਆਫ n, ਇਟ ਕੈਨ ਨੋਟ ਬਿਕਮਜ਼ ਇਨਫਿਨਿਟੀ। ਮਤਲਬ ਇਹ ਨੋਟ ਡਿਫਾਈਨ ਕਦੇ ਵੀ ਨਹੀਂ ਬਣੇਗਾ। ਸੋ ਜਦੋਂ ਇਹਨੇ ਨੋਟ ਡਿਫਾਈਨ ਬਣਨਾ ਹੀ ਨਹੀਂ ਹੈ ਤਾਂ ਇਹੋ ਜਿਹਾ ਕੋਈ ਪੁਆਇੰਟ ਨਹੀਂ ਹੋਊਗਾ ਇਹਦੀ ਡੋਮੇਨ ਦੇ ਵਿੱਚ ਵੀ ਜਿਹੜਾ ਪੁਆਇੰਟ ਮੈਂ x ਦੀ ਜਗ੍ਹਾ ਤੇ ਫਿਲ ਕਰਾਂ ਤੇ ਆਨਸਰ ਇਨਫਿਨਿਟੀ ਆ ਜਾਏ ਜਾਂ ਫਿਰ ਇਹ ਡਿਸਕੰਟੀਨਿਊਸ ਹੋ ਜਾਵੇ। ਸੋ ਦਿਸ ਫੰਕਸ਼ਨ ਇਜ਼ ਕਲੀਅਰਲੀ ਕੰਟੀਨਿਊਸ। ਸੋ ਆਪਾਂ ਲਿਖਣਾ ਕੀ ਹੈ ਇਸ ਫੰਕਸ਼ਨ 'ਚ, ਤਾਂ ਆਪਾਂ ਇੱਥੇ ਲਿਖਾਂਗੇ ਇਟ ਇਜ਼ ਐਵੀਡੈਂਟ, it is evident that f is defined at all positive integers n and its value at n is and its value at n is x n raised to power n। ठीक है जी, इट इज़ एविडेंट दैट फंक्शन इज डिफाइंड एट ऑल पॉजिटिव इंटीजर्स एन दे ਲਈ एंड इट्स वैल्यू एट n इज, जे फंक्शन की वैल्यू मैं n रिप्लेस करूँगा तो यदा आंसर मेरे को की आएगा n रेज टू पावर n। दैन लिमिट x अप्रोचेस टू n एफ एन इक्वल्स टू लिमिट x अप्रोचेस टू n एफ एक्स की वैल्यू फिल कर देंगे आप इतने एफ एक्स आएगा सॉरी x रेज टू पावर n, जो n रिप्लेस करांगे तो ये आएगा n रेज टू पावर n। ऑल्सो f ऑफ n की जो मैं गल करा वो भी अपने को इतने डिफाइन किया हुआ n रेज टू पावर n। दीज टू आर इक्वल, सो कंटीन्यूअस। सो इतने फंक्शन अपने को की हो जाएगा, कंटीन्यूअस हो जाएगा। क्वेश्चन नंबर 4 इज ओवर हेयर। सो दिस फंक्शन इज हेयर ऑल्सो अ कंटीन्यूअस फंक्शन। सो अज की वीडियो आप क्वेश्चन नंबर 4 तक ही करांगे। इन द नैक्सट वीडियो
you are able to see the exercise questions of next topic. Thank you and have a wonderful day.